ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਜੱਗ ਤੇ ਨਜ਼ਰ ਨਾ ਆਏ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ। ਸੋ ਦੋਸਤੋ, ਅੱਜ ਸਮੇਲ ਪੌਡਕਾਸਟ ਦੀ ਲੜੀ ਨੰਬਰ 16 ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਫੈਸਰ ਮੋਹਨ ਸਿੰਘ ਦੀਆਂ 17 ਮਾਂ ਬਾਰੇ ਜੋ ਲਿਖੀਆਂ ਸਨ, ਉਹਨਾਂ ਨਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਦੁਨੀਆ ਭਰ ਵਿੱਚ ਬੈਠੀਆਂ ਤਮਾਮ ਮਾਵਾਂ ਨੂੰ ਮੇਜਰ ਮੰਗਟ ਵੱਲੋਂ ਅਦਬ ਸਤਿਕਾਰ ਨਾਲ ਮਾਂ ਦਿਵਸ ਮੁਬਾਰਕ ਹੋਵੇ। ਸਭ ਨੂੰ ਸਤਿ ਸ੍ਰੀ ਅਕਾਲ ਤੋਂ ਹੈਪੀ ਮਦਰਸ ਡੇ। ਸੋ ਦੋਸਤੋ, ਅੱਜ ਦਾ ਪ੍ਰੋਗਰਾਮ ਜਿਹੜਾ ਹੈ ਇਹਦੇ ਤੇ ਆਪਾਂ ਵੱਖੋ ਵੱਖਰੇ ਵਿਸ਼ਿਆਂ ਨੂੰ ਵਿਚਾਰਾਂਗੇ। ਸੋ ਐਤਵਾਰ ਮਦਰਸ ਡੇ ਹੈ, ਤਾਂ ਤੁਹਾਡੀਆਂ ਮਾਵਾਂ ਨੂੰ ਤੁਸੀਂ ਜ਼ਰੂਰ ਜਿਹੜਾ ਹੈ ਸਤਿਕਾਰ, ਵੈਸੇ ਤਾਂ ਹਰ ਦਿਨ ਹੀ ਮਾਂ ਦਾ ਹੁੰਦਾ ਹੈ, ਲੇਕਿਨ ਇਹ ਜਿਹੜਾ ਦਿਨ ਹੈ ਇੱਕ ਵਿਸ਼ੇਸ਼ ਦਿਨ ਹੈ, ਤਾਂ ਕਿ ਤੁਸੀਂ ਆਪਣੇ ਕੰਮਾਂ 'ਚੋਂ ਵਕਤ ਕੱਢ ਕੇ ਆਪਣੀਆਂ ਮਾਵਾਂ ਨਾਲ ਕੁਝ ਸਮਾਂ ਗੁਜ਼ਾਰ ਸਕੋ। ਸੋ ਮੈਨੂੰ ਵੀ ਆਪਣੀ ਮਾਤਾ ਦੀ ਯਾਦ ਆਉਂਦੀ ਹੈ, ਸੋ ਜੋ ਪਿਛਲੇ ਸਾਲ ਸਾਡੇ ਤੋਂ ਵਿਛੜ ਗਏ ਸਨ। ਸੋ ਮਾਵਾਂ ਕਦੇ ਸਰੀਰਕ ਰੂਪ ਵਿੱਚ, ਕਦੇ ਮਾਨਸਿਕ ਰੂਪ ਦੇ ਤੌਰ 'ਤੇ ਹਮੇਸ਼ਾ ਸਾਡੇ ਨਾਲ ਹੀ ਰਹਿੰਦੀਆਂ ਨੇ, ਸਾਡੀ ਜ਼ਿੰਦਗੀ ਦੀ ਅਗਵਾਈ ਕਰਦੀਆਂ ਨੇ। ਤਾਂ ਮਾਵਾਂ ਦਾ ਦੇਣ ਕਦੇ ਵੀ ਦਿੱਤਾ ਨਹੀਂ ਜਾ ਸਕਦਾ। ਸੋ ਇਸੇ ਪ੍ਰਕਾਰ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਵੀ ਸਮਰਪਿਤ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸ਼ਿਵ ਕੁਮਾਰ ਬਟਾਲਵੀ ਜੀ 36 ਸਾਲ ਦੀ ਉਮਰ ਦੇ ਵਿੱਚ ਸਾਨੂੰ ਅਲਵਿਦਾ ਆਖ ਗਏ ਸਨ। ਉਹਨਾਂ ਦਾ ਜਨਮ 23 ਜੁਲਾਈ 1936 ਨੂੰ ਬੜੇ ਪਿੰਡ ਵਿੱਚ ਹੋਇਆ ਸੀ, ਜੋ ਇਸ ਵਕਤ ਪਾਕਿਸਤਾਨ ਵਾਲੀ ਸਾਈਡ ਤੇ ਰਹਿ ਗਿਆ ਹੈ। ਤਾਂ ਉਹਨਾਂ ਦੀ ਜਿਹੜੀ ਵਿਦਾਇਗੀ ਹੈ ਉਹ 6 ਮਈ 1973 ਨੂੰ ਹੋਈ ਸੀ। ਤੇ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਮਾਣਮੱਤਾ ਸ਼ਾਇਰ। ਤਾਂ ਉਹਨਾਂ ਦੀਆਂ ਕਾਫੀ ਸਾਰੀਆਂ ਕਿਤਾਬਾਂ ਨੇ, ਜਿਵੇਂ ਆਟੇ ਦੀਆਂ ਚਿੜੀਆਂ, ਬਿਰਹਾ ਤੂੰ ਸੁਲਤਾਨ, ਮੈਨੂੰ ਵਿਦਾ ਕਰੋ, ਪੀੜਾਂ ਦਾ ਪਰਾਗਾ, ਅਤੇ ਇੱਕ ਜਿਹੜਾ ਉਹਨਾਂ ਦਾ ਸ਼ਾਹਕਾਰ ਹੈ ਲੂਣਾ, ਕਮਾਲ ਦੀ ਕਿਤਾਬ ਹੈ। ਦੋਸਤੋ, ਸ਼ਾਇਰ ਤਾਂ ਬੜੇ ਹੋਣੇ ਨੇ, ਲੇਕਿਨ ਸ਼ਿਵ ਕੁਮਾਰ ਬਟਾਲਵੀ ਕੋਲ ਜਿਸ ਤਰ੍ਹਾਂ ਦੀਆਂ ਸਿਮਲੀਆਂ, ਜਿਸ ਤਰ੍ਹਾਂ ਦੀਆਂ ਤਸ਼ਵੀਹਾਂ, ਜਿਸ ਤਰ੍ਹਾਂ ਦਾ ਸ਼ਬਦਕੋਸ਼ ਸੀ, ਉਹ ਮੁੜ ਕੇ ਪੰਜਾਬੀ ਸਾਹਿਤ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਵਾਰਿਸ ਸ਼ਾਹ ਤੋਂ ਬਾਅਦ ਜੇ ਕਿਸੇ ਨੂੰ ਪੰਜਾਬੀਆਂ ਨੇ ਸਭ ਤੋਂ ਵੱਧ ਪਿਆਰ ਦਿੱਤਾ, ਜਾਂ ਜਿਸ ਦੀ ਸ਼ਾਇਰੀ ਨੂੰ ਸਭ ਤੋਂ ਵੱਧ ਲੋਕਾਂ ਨੇ ਗੁਣਗੁਣਾਇਆ, ਤਾਂ ਉਹ ਸ਼ਿਵ ਕੁਮਾਰ ਬਟਾਲਵੀ ਹਨ। ਤਾਂ ਮੈਂ ਵੀ ਜਦੋਂ ਆਪਣੇ ਕਾਲਜ ਟਾਈਮ ਸਟੇਜ 'ਤੇ ਬੋਲਣਾ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਵਿਤਾ ਸੀ ਕਿਸਮਤ। ਅੱਜ ਕਿਸਮਤ ਮੇਰੇ ਗੀਤਾਂ ਦੀ ਹੈ ਕਿਸ ਮੰਜ਼ਿਲ 'ਤੇ ਆਣ ਖੜੀ, ਜਦ ਬਾਹਰ ਘੁੱਪ ਹਨੇਰਾ ਹੈ ਤੇ ਅੰਦਰ ਮੇਰੇ ਧੁੱਪ ਚੜੀ। ਸੋ ਇੱਥੋਂ ਮੈਂ ਆਪਣੇ ਸ਼ੁਰੂਆਤ ਕੀਤੀ ਸੀ। ਸੋ ਬਹੁਤ ਸਾਰੇ ਗਾਇਕਾਂ ਨੇ ਸ਼ਿਵ ਕੁਮਾਰ ਨੂੰ ਗਾਇਆ ਹੈ ਤੇ ਕਮਾਲ ਦੀ ਸ਼ਾਇਰੀ ਸੀ। ਬਸ ਆਪਾਂ ਇਹੀ ਕਹਾਂਗੇ ਕਿ ਪੰਜਾਬੀ ਦਾ ਜਿਹੜਾ ਇਹ ਸ਼ਾਇਰ ਹੈ, ਅਗਰ ਜਿੰਦਾ ਰਹਿੰਦਾ ਤਾਂ ਬਹੁਤ ਕਮਾਲ ਦੀਆਂ ਕਿਤਾਬਾਂ ਹੋ ਸਕਦਾ ਦਿੰਦਾ, ਪਰ ਵਕਤ ਨੂੰ ਇਹੋ ਮਨਜ਼ੂਰ ਸੀ। ਸੋ ਅਸੀਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ। ਸੋ ਦੋਸਤੋ, ਅੱਜ ਜਿਹੜਾ ਹੈਗਾ ਪ੍ਰੋਗਰਾਮ ਉਹ ਆਪਾਂ ਭਾਵੇਂ ਵੱਖੋ ਵੱਖਰੇ ਵਿਸ਼ਿਆਂ 'ਤੇ ਕਰਨਾ ਹੈ ਤੇ ਤੁਹਾਨੂੰ ਕਾਫੀ ਸਾਰੀ ਜਾਣਕਾਰੀ ਦੇਣੀ ਹੈ। ਤੇ ਭਾਰਤ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਬਦਤਰ ਹੋ ਗਏ ਨੇ। ਤਾਂ ਖਬਰਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਲੋਕ ਆਕਸੀਜਨ ਬਿਨਾਂ ਮਰ ਰਹੇ ਨੇ। ਸੋ ਕਿਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਬੁਰਾ ਹਾਲ ਹੈ, ਇਨਫਰਾਸਟਰਕਚਰ ਜਿਹੜਾ ਬੁਰੀ ਤਰ੍ਹਾਂ ਉਹ ਡਗਮਗਾ ਚੁੱਕਿਆ ਹੈ। ਤਾਂ ਜਿਹੜਾ ਹੈਲਥ ਸਿਸਟਮ ਹੈ ਉਹ ਇੰਨਾ ਨਕਾਰਾ ਸਾਬਤ ਹੋ ਰਿਹਾ ਹੈ ਕਿ ਲਾਸ਼ਾਂ ਦੇ ਅੰਬਾਰ ਲੱਗੇ ਪਏ ਨੇ, ਮੁਰਦਾ ਘਰਾਂ ਦੇ ਵਿੱਚ ਜਗ੍ਹਾ ਨਹੀਂ ਹੈ, ਸ਼ਮਸ਼ਾਨ ਘਾਟਾਂ ਦੇ ਵਿੱਚ ਜਗ੍ਹਾ ਨਹੀਂ ਹੈ। ਸੋ ਇਹ ਜਦੋਂ ਸਾਰਾ ਮਾਹੌਲ ਦੇਖਦੇ ਹਾਂ ਤਾਂ ਜਿਹੜਾ ਮਨ ਹੈ ਉਹ ਬਹੁਤ ਦੁਖੀ ਹੋ ਜਾਂਦਾ ਹੈ। ਤਾਂ ਬਾਬਾ ਨਾਨਕ ਜੀ ਦੇ ਉਹ ਬੋਲ ਯਾਦ ਆਉਂਦੇ ਨੇ ਕਿ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਤੇ ਨਾਲ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕੋਈ ਹੋਵੇਗਾ ਮਰਦ ਅਗੰਬੜਾ ਜੋ ਹਾਕਮਾਂ ਨੂੰ ਲਲਕਾਰ ਕੇ ਕਹਿ ਸਕੇ, ਤਾਂ ਜੋ ਇਹ ਆਖ ਸਕੇ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ। ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਹਾਕਮਾਂ ਨੇ ਆਪਣੀਆਂ ਤਾਂ ਤਜੋਰੀਆਂ ਭਰੀਆਂ, ਬੜੇ ਬੜੇ ਮਹਿਲ ਉਸਾਰ ਲਏ, ਬੜੀਆਂ ਬੜੀਆਂ ਟਰਾਂਸਪੋਰਟਾਂ ਖੜੀਆਂ ਕਰ ਲਈਆਂ, ਤੇ ਸਵਿਸ ਬੈਂਕਾਂ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਪੈਸਾ ਇਹਨਾਂ ਦਾ ਪਿਆ ਹੈ। ਲੇਕਿਨ ਜਿਹੜੀ ਐਜੂਕੇਸ਼ਨ ਸੀ, ਜਿਹੜਾ ਹੈਲਥ ਸਿਸਟਮ ਸੀ, ਉਹ ਬਿਲਕੁਲ ਉਸ ਵੱਲ ਧਿਆਨ ਨਹੀਂ ਦਿੱਤਾ। ਜੇ ਤੁਸੀਂ ਕਿਸੇ ਕੰਟਰੀ ਦੀ ਤਰੱਕੀ ਦੇਖਣੀ ਹੈ ਤਾਂ ਤੁਸੀਂ ਲੀਡਰਾਂ ਦੇ ਭਾਸ਼ਣਾਂ ਤੋਂ ਅੰਦਾਜ਼ਾ ਨਹੀਂ ਲਾ ਸਕਦੇ, ਜਾਂ ਤੁਸੀਂ ਉਹ ਜਿਹੜਾ ਜਿਹਨੂੰ ਆਪਾਂ ਇਸ ਤਰ੍ਹਾਂ ਦਾ ਮੀਡੀਆ ਕਹਿੰਦੇ ਹਾਂ ਜੋ ਸਰਕਾਰ ਦੇ ਹੱਕ ਵਿੱਚ ਭੁਗਤਦਾ ਹੈ, ਤੇ ਨਾ ਹੀ ਤੁਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ। ਤਾਂ ਜੇ ਤੁਸੀਂ ਕਿਸੇ ਦੇਸ਼ ਦੀ ਤਰੱਕੀ ਦੇਖਣੀ ਹੈ ਤਾਂ ਉਸ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਹੈਲਥ ਸਿਸਟਮ ਹੈ, ਰੁਜ਼ਗਾਰ ਹੈ, ਇਹ ਤਿੰਨ ਚੀਜ਼ਾਂ ਦੇਖ ਲਓ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਮੁਲਕ
ਕਿਸ ਪੱਧਰ ਤੇ ਹੈ, ਕਿੱਥੇ ਖੜਾ ਹੈ। ਸੋ ਭਾਰਤ ਸਾਡਾ ਆਪਣਾ ਮੁਲਕ ਹੈ, ਸੋ ਇਸ ਕਰਕੇ ਸਾਨੂੰ ਹਮਦਰਦੀ ਹੈ। ਲੇਕਿਨ ਦੁਖਾਂਤ ਇਸ ਗੱਲ ਦਾ ਹੈ ਕਿ ਅੱਜ ਜਦੋਂ ਤੁਸੀਂ ਕਿਸੇ ਵੀ ਸਿਸਟਮ ਤੇ ਕਿੰਤੂ ਪਰੰਤੂ ਕਰਦੇ ਹੋ ਤੇ ਤੁਹਾਨੂੰ ਗਦਾਰ, ਤੁਹਾਨੂੰ ਕਿਸੇ ਹੋਰ ਮੁਲਕ ਦੇ ਏਜੰਟ, ਤੁਹਾਨੂੰ ਦੇਸ਼ ਨੂੰ ਬਦਨਾਮ ਕਰਨ ਵਾਲੇ ਦੱਸਿਆ ਜਾਂਦਾ ਹੈ। ਸੋ ਇਹ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ। ਤੋ ਮੇਰੀ ਜਿੰਨੇ ਵੀ ਲੋਕਾਂ ਦੀ ਜਾਨ ਇਸ ਕੋਵਿਡ ਦੇ ਨਾਲ ਗਈ ਹੈ, ਜਾਂ ਜਿੰਨੇ ਵੀ ਲੋਕ ਪ੍ਰਭਾਵਿਤ ਨੇ, ਜਾਂ ਜਿੰਨੇ ਵੀ ਲੋਕ ਤੜਫ ਰਹੇ ਨੇ, ਜਿਸ ਤਰ੍ਹਾਂ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਨੇ, ਉਹ ਤੋਂ ਸਾਰਾ ਕੁਝ ਦੇਖਿਆ ਨਹੀਂ ਜਾ ਰਿਹਾ। ਤੇ ਬਹੁਤ ਹੀ ਦੁੱਖ ਦਾ ਇਜ਼ਹਾਰ ਅਸੀਂ ਆਪਣੇ ਚੈਨਲ ਵੱਲੋਂ ਕਰ ਰਹੇ ਹਾਂ, ਅਤੇ ਜਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਨੇ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਨਿੱਘੀ ਹਮਦਰਦੀ ਹੈ। ਸੋ ਬੇਟੀ ਕਰਮਨ ਸਾਡੀ ਟੀਮ ਦਾ ਹਿੱਸਾ ਹੈ, ਤੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਉਸ ਦਾ ਯੋਗਦਾਨ ਹੁੰਦਾ ਹੈ। ਤਾਂ ਇਹ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਅੱਜ ਉਸਨੂੰ ਬੇਟੀ ਹੈ ਸਾਡੀ ਕਰਮਨ, ਉਸ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ, ਕਿਉਂਕਿ 6 ਮਈ ਨੂੰ ਉਹਦਾ ਜਿਹੜਾ ਜਨਮ ਦਿਨ ਹੈ ਉਹ ਅਸੀਂ ਮਨਾਉਂਦੇ ਹਾਂ। ਤੇ ਇਸ ਵਾਰ ਵੀ ਮਨਾਇਆ, ਤੇ ਬੜੇ ਵਧੀਆ ਤਰੀਕੇ ਨਾਲ ਜਿਹੜੀ ਪਾਰਟੀ ਜਾਂ ਹੋਰ ਉਹ ਕੀਤਾ ਗਿਆ। ਤੇ ਬੇਟੀ ਕਰਮਨ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਦੋਸਤੋ, ਕੁਝ ਖਬਰਾਂ ਆਪਾਂ ਵਿਗਿਆਨ ਦੀਆਂ ਸਾਂਝੀਆਂ ਕਰਦੇ ਹਾਂ। ਤੁਹਾਨੂੰ ਯਾਦ ਹੋਵੇਗਾ ਕਿ 3 ਮਨੁੱਖ ਯਾਤਰੀ ਚੰਦਰਮਾ ਤੇ ਗਏ ਸਨ ਜਦੋਂ ਪਹਿਲੀ ਵਾਰ 20 ਜੁਲਾਈ 1969 ਨੂੰ ਮਨੁੱਖ ਨੇ ਇੱਕ ਇਤਿਹਾਸ ਸਿਰਜਿਆ। ਚੰਦਰਮਾ ਜੋ ਸਾਡੇ ਵੇਦਾਂ ਗ੍ਰੰਥਾਂ ਦੇ ਵਿੱਚ ਕਿਸੇ ਹੋਰ ਰੂਪ ਵਿੱਚ, ਕਿਸੇ ਦੇਵਤੇ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਸੀ, ਉਹ ਚੰਦਰਮਾ ਉਹਨਾਂ ਮਿੱਥਾਂ ਨੂੰ ਉਦੋਂ ਤੋੜਿਆ ਗਿਆ ਤੇ ਜਦੋਂ ਮਨੁੱਖ ਨੇ ਪਹਿਲਾ ਕਦਮ ਚੰਦਰਮਾ ਦੇ ਉੱਪਰ ਧਰਿਆ। ਤੇ ਜਿਹੜੇ ਬੰਦਿਆਂ ਨੇ ਚੰਦਰਮਾ ਦੇ ਉੱਪਰ ਪਹਿਲਾ ਕਦਮ ਧਰਿਆ, ਧਰਤੀ ਦੇ ਮਨੁੱਖਾਂ ਨੇ, ਉਹ ਸਨ ਨੀਲ ਆਰਮਸਟਰੋਂਗ ਅਤੇ ਬੱਜ ਐਲਡਰੀਨ। ਪਰ ਗਏ ਸੀ 3 ਬੰਦੇ, ਤੋਂ ਤੀਸਰਾ ਬੰਦਾ ਜਿਹੜਾ ਫਲਾਈਟ ਕਮਾਂਡਰ ਸੀ ਮਾਈਕਲ ਕੋਲਨ, ਤੇ ਉਹ ਉਸ ਵਕਤ ਜਿਹੜਾ ਸ਼ਟਲ ਸੀ ਉਹਨੂੰ ਚਲਾ ਰਿਹਾ ਸੀ। ਤੇ 2 ਬੰਦੇ ਤਾਂ ਚੰਦਰਮਾ ਤੇ ਉਤਰ ਗਏ, ਲੇਕਿਨ ਮਾਈਕਲ ਕੋਲਨ ਜਿਹੜਾ ਹੈ ਉਹ ਚੰਦਰਮਾ ਦੇ ਆਰਬਿਟ ਦੇ ਵਿੱਚ ਘੁੰਮਦਾ ਰਿਹਾ। ਤੇ ਇਹ ਜਿਹੜਾ ਸੀਗਾ ਮਾਈਕਲ ਕੋਲਨ, ਸੋ ਪਿਛਲੇ ਦਿਨੀ ਉਹ ਹਮੇਸ਼ਾ ਲਈ ਸੰਸਾਰ ਤੋਂ ਚਲੇ ਗਏ। ਤੇ ਇਹਨਾਂ ਦਾ ਜਿਹੜਾ ਜਨਮ ਹੈ ਉਹ 31 ਅਕਤੂਬਰ 1930 ਨੂੰ ਰੋਮ ਇਟਲੀ ਵਿੱਚ ਹੋਇਆ ਸੀ, ਤੇ ਮੌਤ ਹੈ ਜਿਹੜੀ ਉਹ 28 ਅਪ੍ਰੈਲ 2021 ਨੂੰ ਨੈਪਲਸ ਫਲੋਰੀਡਾ ਦੇ ਵਿੱਚ ਹੋਈ। ਤੇ ਇਹਨਾਂ ਦੀ ਉਮਰ ਜਿਹੜੀ ਹੈ ਉਹ 90 ਸਾਲ ਦੇ ਕਰੀਬ ਸੀ। ਉਹ US 에ਅਰ ਫੋਰਸ ਦੇ ਵਿੱਚ ਮੇਜਰ ਜਨਰਲ ਰਹਿ ਚੁੱਕੇ ਸਨ। ਤੋਂ ਇਹਨਾਂ ਨੇ ਜਦੋਂ ਚੰਦਰਮਾ ਤੇ ਗਏ ਤੋਂ ਜਿਹੜੇ 2 ਵਿਅਕਤੀ ਸਨ ਉਹ 21 ਘੰਟੇ 36 ਮਿੰਟ ਚੰਦਰਮਾ ਦੀ ਸਤ੍ਹਾ ਤੇ ਰਹੇ। ਤੋਂ ਜਿੰਨੀ ਦੇਰ ਚੰਦਰਮਾ ਦੀ ਸਤ੍ਹਾ ਤੇ ਰਹੇ, ਤੋਂ ਮਾਈਕਲ ਕੋਲਨ ਜਿਹੜੀ ਉਹ ਸ਼ਟਲ ਸੀ ਉਸਨੂੰ ਆਰਬਿਟ ਦੇ ਵਿੱਚ ਇਕੱਲਾ ਹੀ ਚਲਾਉਂਦਾ ਰਿਹਾ। ਤੇ ਇਹ ਬਹੁਤ ਵੱਡਾ ਮਿਸ਼ਨ ਸੀ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਉਹ ਫਲਾਈਟ ਕਮਾਂਡਰ ਸੀਗੇ ਤੇ ਉਹਨਾਂ ਦਾ ਚਲੇ ਜਾਣਾ ਜਿਹੜਾ ਹੈ ਉਹ ਬੜਾ ਹੀ ਦੁਖਦਾਈ ਹੈ। ਤੇ ਉਹਨਾਂ ਦੀ ਜਿਹੜੀ ਦੇਣ ਹੈ ਮਨੁੱਖੀ ਇਤਿਹਾਸ ਨੂੰ, ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸੋ ਇਸੇ ਪ੍ਰਕਾਰ ਦੋਸਤੋ, ਕੋਵਿਡ ਦੇ ਨਾਲ ਬਹੁਤ ਸਾਰੇ ਬੰਦੇ ਪਿਛਲੇ ਸਾਲ ਤੋਂ ਲੈ ਕੇ ਜਦ ਤੋਂ ਬਿਮਾਰੀ ਸ਼ੁਰੂ ਹੋਈ ਹੈ ਉਹ ਦੁਨੀਆ ਤੋਂ ਗਏ ਹਨ। ਸੋ ਕਰਮ ਸਿੰਘ ਪੂਨੀਆ ਸਾਡੇ ਬਹੁਤ ਹੀ ਇੱਥੇ ਨਾਮਵਰ ਸਨ, ਸਿਆਸਤ ਦੇ ਵਿੱਚ ਵੀ ਉਹ ਕਈ ਵਾਰ ਇਲੈਕਸ਼ਨ ਦੇ ਵਿੱਚ ਖੜੇ ਹੋਏ ਸਮਾਜ ਸੇਵੀ ਸਨ, ਤੇ ਉਹਨਾਂ ਦੇ ਜਿਹੜੇ ਕੰਮ ਨੇ ਹਮੇਸ਼ਾ ਉਹਦੇ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਤਾਂ ਉਹਨਾਂ ਨੂੰ ਸਾਡੇ ਤੋਂ ਵਿਛੜਿਆਂ 1 ਸਾਲ ਹੋ ਗਿਆ ਹੈ। ਸੋ ਮੇਰੇ ਉਹ ਮਾਮਾ ਜੀ ਦੇ ਬੇਟੇ ਸਨ, ਤੇ ਸਾਡਾ ਜਿਹੜਾ ਪਾਲਣ ਪੋਸ਼ਣ ਆ ਉਹ ਇਕੱਠੇ ਹੋਏ ਆ, ਤੇ ਅਸੀਂ ਪੜ੍ਹਦੇ ਵੀ ਹਮੇਸ਼ਾ ਇਕੱਠੇ ਰਹੇ, ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਟਾਈਮ, ਤੇ ਫਿਰ ਅਸੀਂ ਕੈਨੇਡਾ ਵੀ ਇਕੱਠੇ ਆ ਗਏ। ਸੋ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਮੇਰੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ। ਸੋ ਉਹਨਾਂ ਨੂੰ ਵਿਛੜਿਆਂ ਸਾਲ ਹੋ ਗਿਆ, ਤੇ ਅਸੀਂ ਉਹਨਾਂ ਦੇ ਪਰਿਵਾਰ ਨਾਲ, ਉਹਨਾਂ ਦੇ ਸਨੇਹੀਆਂ ਨਾਲ, ਸਾਰਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ, ਤੇ ਕਰਮ ਸਿੰਘ ਪੂਨੀਆ ਜੀ ਨੂੰ ਵੀ ਸ਼ਰਧਾਂਜਲੀ ਪੇਸ਼ ਕਰਦੇ ਹਾਂ। ਸੋ ਦੋਸਤੋ, ਇੱਕ ਵਿਗਿਆਨ ਦੀ ਖਬਰ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ ਕਿ ਸਪੇਸ ਐਕਸ ਡਰੈਗਨ ਇਹ ਪਿਛਲੇ ਦਿਨੀ ਪੁਲਾੜ ਦੇ ਵਿੱਚ ਗਿਆ। ਸੋ ਇਹ 3 ਯਾਤਰੂ ਧਰਤੀ ਤੋਂ ਲੈ ਕੇ ਗਿਆ, ਤੇ ਉੱਥੇ ਜਾ ਕੇ ਜਿਹੜਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ ਉਹਦੇ ਨਾਲ ਇਹਨੇ ਡੌਕਿੰਗ ਕੀਤੀ। ਇਹ ਵੀ ਬੜਾ ਬਹੁਤ ਔਖਾ ਜਿਹੜਾ ਕਠਿਨ ਕੰਮ ਹੈ, ਲੇਕਿਨ ਉਹ ਬੜੀ ਸਫਲਤਾ ਦੇ ਨਾਲ
3 ਜਿਹੜੇ ਐਸਟਰੋਨੌਟਸ ਇੱਥੋਂ ਧਰਤੀ ਤੋਂ ਲੈ ਕੇ ਗਿਆ ਸੀ ਤੇ ਉਹਨਾਂ ਨੂੰ ਇੰਟਰਨੈਸ਼ਨਲ ਸਪੇਸ ਸੈਂਟਰ ਦੇ ਵਿੱਚ ਸਪੇਸ ਸਟੇਸ਼ਨ ਦੇ ਵਿੱਚ ਛੱਡ ਆਇਆ ਤੇ ਉੱਥੋਂ ਜਿਹੜੇ 3 ਪੁਲਾੜ ਯਾਤਰੂ ਸੀ ਤੇ ਉਹਨਾਂ ਨੂੰ ਸਫਲਤਾਪੂਰਵਕ ਲੈ ਕੇ ਧਰਤੀ ਤੇ ਪਹੁੰਚਿਆ। ਸੋ ਇਹ ਜਿਹੜੀਆਂ ਚੀਜ਼ਾਂ ਕਦੇ ਅੱਜ ਤੋਂ 40-50 ਸਾਲ ਪਹਿਲਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚੀਆਂ ਜਾ ਸਕਦੀਆਂ ਕਿ ਇਸ ਤਰ੍ਹਾਂ ਹੋ ਸਕਦਾ ਹੈ, ਉਹ ਅੱਜ ਸਾਡੇ ਸਮਿਆਂ ਦੇ ਵਿੱਚ ਹੋ ਰਿਹਾ ਹੈ। ਇਹ ਐਲਨ ਮਸਕ ਦੀ ਕੰਪਨੀ ਹੈ। ਤੋਂ ਜੋ ਇਸ ਤਰ੍ਹਾਂ ਦਾ ਮਿਸ਼ਨ ਹੈ ਜਿਹੜਾ ਉਹਨੂੰ ਜਿਹਨੇ ਨੇਪਰੇ ਚੜਾਇਆ, ਤੇ ਇਹ ਵੀ ਮੈਂ ਸਮਝਦਾ ਕਿ ਮਨੁੱਖੀ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੈ। ਸੋ ਜਿਵੇਂ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਜੋ ਰਸ਼ੀਆ ਹੈ ਉਹ ਵੀ ਆਪਣਾ ਆਜ਼ਾਦਾਨਾ ਤੌਰ ਤੇ ਇੱਕ ਸਪੇਸ ਸਟੇਸ਼ਨ ਪੁਲਾੜ ਦੇ ਵਿੱਚ ਸੈੱਟ ਕਰਨਾ ਚਾਹੁੰਦਾ ਹੈ, ਤੇ ਇਹ ਸੁਪਨਾ ਜਿਹੜਾ ਚੀਨ ਵੀ ਦੇਖ ਰਿਹਾ ਹੈ। ਚੀਨ ਸਪੇਸ ਦੇ ਖੇਤਰ ਦੇ ਵਿੱਚ ਜਾਂ ਪੁਲਾੜ ਦੇ ਖੇਤਰ ਦੇ ਵਿੱਚ ਬੜੀਆਂ ਵੱਡੀਆਂ ਪਲਾਂਘਾਂ ਪੁੱਟ ਰਿਹਾ ਹੈ ਤੇ ਕਾਫੀ ਅੱਗੇ ਆ ਰਿਹਾ ਹੈ। ਚੀਨ ਨੇ ਪਿਛਲੇ ਦਿਨੀ ਆਪਣਾ ਸਪੇਸ ਸਟੇਸ਼ਨ ਪੁਲਾੜ ਦੇ ਵਿੱਚ ਸੈੱਟ ਕਰਨ ਦੀ ਪੂਰੀ ਤਿਆਰੀ ਕਰ ਲਈ ਸੀ, ਤੇ ਉਹਨਾਂ ਨੇ ਇੱਕ ਆਪਣਾ ਜਿਹੜਾ ਰਾਕਟ ਹੈ ਉਹ ਇਸ ਦਾ ਢਾਂਚਾ ਲੈ ਕੇ ਸਪੇਸ ਦੇ ਵਿੱਚ ਭੇਜਿਆ। ਤੋ ਚੀਨ ਸੋਚ ਰਿਹਾ ਹੈ ਕਿ 2023 ਤੱਕ ਉਹ ਆਪਣਾ ਜਿਹੜਾ ਸਪੇਸ ਸਟੇਸ਼ਨ ਵੱਖਰੇ ਤੌਰ ਤੇ ਉਹ ਸੈੱਟ ਕਰ ਦੇਵੇ। ਇਹ ਢਾਂਚਾ ਤਾਂ ਉੱਪਰ ਚਲਿਆ ਗਿਆ, ਲੇਕਿਨ ਤੇ ਇਹ ਜਿਹੜਾ ਰਾਕਟ ਉਸ ਨੂੰ ਲੈ ਕੇ ਗਿਆ ਸੀਗਾ, ਉਹ ਜਦੋਂ ਉਸ ਨੂੰ ਗ੍ਰਹਿਪੰਥ ਦੇ ਵਿੱਚ ਪਾਉਣਾ ਸੀ, ਸੋ ਉਸ ਵਕਤ ਜਿਹੜਾ ਉਹ ਕੰਟਰੋਲ ਹੈ ਉਹਦਾ ਉਹ ਚਲਾ ਗਿਆ, ਭਾਵ ਉਹ ਆਊਟ ਆਫ ਕੰਟਰੋਲ ਹੋ ਗਿਆ। ਤੇ ਆਊਟ ਆਫ ਕੰਟਰੋਲ ਹੋਣ ਦੇ ਨਾਲ ਤੇ ਜਿਹੜਾ ਇਹ ਮਿਸ਼ਨ ਸੀਗਾ ਉਹ ਫੇਲ ਹੋ ਗਿਆ, ਤੇ ਇਹ ਬਹੁਤ ਡਰ ਬਣਿਆ ਹੋਇਆ ਸੀਗਾ ਕਿ ਉਹ ਜਦੋਂ ਧਰਤੀ ਵੱਲ ਨੂੰ ਆ ਰਿਹਾ ਸੀਗਾ ਆਪਣਾ ਕੰਟਰੋਲ ਗਵਾ ਕੇ, ਤਾਂ ਇਹ ਡਰ ਬਣਿਆ ਹੋਇਆ ਸੀ ਕਿ ਕਿਤੇ ਇਹ ਬਸੋਂ ਉੱਪਰ ਇਹਦਾ ਜਿਹੜਾ ਮਲਬਾ ਹੈ ਉਹ ਨਾ ਡਿੱਗ ਜਾਏ ਜਾਂ ਇਹ ਬਹੁਤ ਵੱਡਾ ਨੁਕਸਾਨ ਨਾ ਪਹੁੰਚਾ ਦੇ। ਪਹਿਲਾਂ ਸੋਚਿਆ ਸੀ ਕਿ ਇਹ ਕੈਨੇਡਾ ਦੇ ਵਿੱਚ ਡਿੱਗ ਸਕਦਾ ਹੈ ਕਿਤੇ ਵੀ, ਲੇਕਿਨ ਫਿਰ ਵੀ ਤੁਹਾਨੂੰ ਪਤਾ ਹੈ ਕਿ ਟੈਕਨੋਲੋਜੀ ਇੱਥੇ ਤੱਕ ਚਲੀ ਗਈ ਹੈ ਕਿ ਉਸ ਦੀ ਜਿਹੜੀ ਡਾਇਰੈਕਸ਼ਨ ਆ ਉਹ ਚੇਂਜ ਕੀਤੀ ਜਾ ਸਕਦੀ ਹੈ। ਤੋਂ ਵੱਖੋ ਵੱਖਰੀਆਂ ਪਰਤਾਂ 'ਚੋਂ ਨਿਕਲਦਾ ਹੋਇਆ ਉਹ ਧਰਤੀ ਦੇ ਉੱਪਰ ਆਵੇਗਾ ਤੇ ਉਹ ਜਿਹੜਾ ਹੈ ਪਾਣੀ ਦੇ ਉੱਪਰ ਡਿੱਗ ਸਕਦਾ ਹੈ। ਸੋ ਮੈਂ ਇੱਥੇ ਇਹੀ ਕਹਿਣਾ ਚਾਹੂੰਗਾ ਕਿ ਮਨੁੱਖ ਭਾਵੇਂ ਬਹੁਤ ਤਰੱਕੀ ਕਰ ਰਿਹਾ ਹੈ, ਲੇਕਿਨ ਜਿਹੜੀਆਂ ਇਸ ਤਰ੍ਹਾਂ ਦੀਆਂ ਗਲਤੀਆਂ ਨੇ ਉਹ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀਆਂ ਨੇ। ਤੇ ਤੁਹਾਨੂੰ ਪਤਾ ਹੈ ਕਿ ਜੇ ਇੱਕ ਕਿਣਕਾ ਵੀ ਉੱਥੋਂ ਨਿਕਲ ਕੇ ਜਿਹੜੀਆਂ ਸਾਡੀਆਂ ਧਰਤੀ ਦੀਆਂ ਜਿਹੜੀਆਂ ਵਾਤਾਵਰਣੀ ਪਰਤਾਂ ਨੇ ਉਹਦੇ ਚੋਂ ਨਿਕਲ ਕੇ ਜਦੋਂ ਤੁਸੀਂ ਧਰਤੀ ਦੇ ਵਾਤਾਵਰਨ 'ਚ ਦਾਖਲ ਹੁੰਦੇ ਹੋ ਤਾਂ ਅੱਗ ਦਾ ਭਬੂਕਾ ਨਿਕਲਦਾ ਹੈ, ਤਾਂ ਛੋਟੀਆਂ-ਮੋਟੀਆਂ ਚੀਜ਼ਾਂ ਤਾਂ ਉੱਥੋਂ ਨਸ਼ਟ ਹੋ ਜਾਂਦੀਆਂ ਨੇ। ਲੇਕਿਨ ਜੇ ਕੋਈ ਚੀਜ਼ ਉਹਦੇ ਵਿੱਚੋਂ ਨਿਕਲ ਕੇ ਧਰਤੀ ਵੱਲ ਨੂੰ ਆਉਂਦੀ ਹੈ ਤਾਂ ਬਹੁਤ ਹੀ ਤੇਜ਼ ਸਪੀਡ ਨਾਲ ਆਉਂਦੀ ਹੈ ਤੇ ਉਹ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਸੋ ਇਹਨਾਂ ਚੀਜ਼ਾਂ ਦਾ ਵਿਗਿਆਨੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਰੱਖਣਾ ਹੋਵੇਗਾ, ਕਿਉਂਕਿ ਜਿਹੜੀਆਂ ਗਲਤੀਆਂ ਨੇ ਸਾਡੀਆਂ ਉਹ ਸਾਡੀ ਜਿਹੜਾ ਇੱਥੇ ਧਰਤੀ ਦੇ ਜੀਵਨ ਨੂੰ ਖਤਰੇ 'ਚ ਪਾ ਸਕਦੀਆਂ ਨੇ। ਮੈਂ ਤਾਂ ਇਹ ਵੀ ਕਹਾਂਗਾ ਕਿ ਜਿਹੜਾ ਕੋਵਿਡ ਦਾ ਵਾਇਰਸ ਲੈਬੋਰਟਰੀ 'ਚੋਂ ਲੀਕ ਹੋ ਜਾਣਾ ਇਹ ਵੀ ਮਨੁੱਖ ਦੀ ਇੱਕ ਬਹੁਤ ਵੱਡੀ ਗਲਤੀ ਸੀ, ਤੋਂ ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲਈ। ਤੋਂ ਇੰਨੇ ਮਨੁੱਖ ਕਦੇ ਵੀ ਕਿਸੇ ਲੜਾਈ ਦੇ ਵਿੱਚ ਜਾਂ ਬਿਮਾਰੀ 'ਚ ਨਹੀਂ ਮਾਰੇ ਗਏ ਤੋਂ ਜਿੰਨੀਆਂ ਜਾਨਾਂ ਜਿਹੜੀਆਂ ਇਸ ਕੋਵਿਡ ਨੇ ਲੈ ਲਈਆਂ। ਸੋ ਦੋਸਤੋ, ਭਾਰਤ ਤੋਂ ਮਿਲੀਆਂ ਖਬਰਾਂ ਅਨੁਸਾਰ ਭਾਰਤ ਸਰਕਾਰ ਨੇ 31 ਮਈ ਤੱਕ ਇੰਟਰਨੈਸ਼ਨਲ ਉਡਾਣਾਂ ਤੇ ਪਾਬੰਦੀ ਲਗਾ ਦਿੱਤੀ ਹੈ। ਸੋ ਬਹੁਤ ਸਾਰੇ ਸਾਡੇ ਲੋਕ ਨੇ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਤੋਂ ਗਏ ਹੋਏ ਜਿਹੜੇ ਅਜੇ ਵੀ ਭਾਰਤ ਵਿੱਚ ਕੋਵਿਡ ਕਾਰਨ ਫਸੇ ਹੋਏ ਨੇ। ਸੋ ਪਹਿਲਾਂ ਉਹਨਾਂ ਨੂੰ ਸੀ ਕਿ ਜੇ ਸਿੱਧੀਆਂ ਉਡਾਣਾਂ ਬੰਦ ਹੋ ਗਈਆਂ ਨੇ ਤੇ ਉਹ ਕਿਸੇ ਹੋਰ ਮੁਲਕ ਦੇ ਰਾਹੀਂ ਆਪਣੇ ਦੇਸ਼ ਆਪਣੀਆਂ ਜੌਬਾਂ ਤੇ ਵਾਪਸ ਪਰਤ ਆਉਣਗੇ, ਆਪਣੇ ਬੱਚਿਆਂ ਕੋਲ ਆ ਜਾਣਗੇ। ਲੇਕਿਨ ਜਦੋਂ ਭਾਰਤ ਨੇ ਹੀ ਉਡਾਣਾਂ ਬੰਦ ਕਰ ਦਿੱਤੀਆਂ ਅੰਤਰਰਾਸ਼ਟਰੀ ਉਡਾਣਾਂ, ਤਾਂ ਇਹ ਜਿਹੜਾ ਹੈ ਸਮੱਸਿਆ ਉਹ ਹੋਰ ਵੀ ਗੰਭੀਰ ਹੋ ਗਈ, ਮੁਸ਼ਕਲ ਹੋ ਗਈ। ਤੇ ਬਹੁਤ ਸਾਰੇ ਦੇਸ਼ਾਂ ਨੇ ਤਾਂ ਪਹਿਲਾਂ ਹੀ ਭਾਰਤ ਨਾਲੋਂ ਸੰਪਰਕ ਤੋੜ ਲਿਆ ਸੀ। ਮੇਰਾ ਮਤਲਬ ਹੈਗਾ ਕਿ ਉਹ ਹਵਾਈ ਉਡਾਣਾਂ ਬੰਦ ਕਰ ਦਿੱਤੀਆਂ ਸਨ। ਹੁਣ ਇਹ ਵੀ ਪਤਾ ਲੱਗਿਆ ਹੈ ਕਿ ਜਿਹੜਾ ਰਸਤਾ ਜੋ ਬਚਿਆ ਸੀ ਕਿ ਤੁਸੀਂ ਭਾਰਤ ਤੋਂ ਨੇਪਾਲ ਤੋਂ ਫੇਰ ਆ ਸਕਦੇ ਹੋ, ਉਹ ਵੀ ਰਸਤਾ ਜਿਹੜਾ ਉਹ ਬੰਦ ਹੋਣ ਜਾ ਰਿਹਾ, ਤਾਂ ਉਸ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਵੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਲੇਕਿਨ ਤੁਸੀਂ ਜਦੋਂ ਵੀ ਘਰੋਂ ਬਾਹਰ ਪੈਰ ਪੁੱਟਦੇ ਹੋ, ਪਿੱਛੇ ਆਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਪਹਿਲਾਂ ਇਸ ਦਾ ਪੂਰਾ ਪਤਾ ਕਰ ਲਓ। ਇਹ ਨਾ ਹੋਵੇ ਕਿ ਤੁਸੀਂ ਕਿਸੇ ਬਹੁਤ ਵੱਡੀ ਸਮੱਸਿਆ ਦੇ ਵਿੱਚ ਆ ਜਾਵੋ। ਤਾਂ ਇੱਥੇ ਇੱਕ ਖਬਰ ਮੈਂ ਦੋਸਤੋ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਭਾਵੇਂ ਕੋਵਿਡ ਦੇ ਦਿਨ ਚੱਲ ਰਹੇ ਨੇ, ਹਾਲਾਤ ਚੱਲ ਰਹੇ ਨੇ, ਲੇਕਿਨ ਕੈਨੇਡਾ ਗੌਰਮੈਂਟ ਵੱਲੋਂ ਮਈ ਦੇ ਇਸ ਮਹੀਨੇ ਦੇ ਵਿੱਚ
ਜਿਹੜੀ ਮਰਦਮਸ਼ੁਮਾਰੀ ਹੈ ਉਹ ਕਰਾਈ ਜਾ ਰਹੀ ਹੈ। ਤੇ ਮਰਦਮਸ਼ੁਮਾਰੀ ਵਾਲੇ ਫਾਰਮ ਤੁਹਾਡੇ ਘਰਾਂ ਵਿੱਚ ਵੀ ਪਹੁੰਚ ਗਏ ਹੋਣਗੇ, ਤੇ ਨਹੀਂ ਪਹੁੰਚੇ ਤਾਂ 11 ਮਈ ਤੱਕ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਜਾਣਗੇ। ਸੋ ਇਹਦੀ ਕਾਊਂਟਿੰਗ ਹੈ ਜਿਹੜੀ ਉਹ ਭਾਵੇਂ ਕੋਵਿਡ ਤੋਂ ਪ੍ਰਭਾਵਿਤ ਹੋ ਸਕਦੀ ਹੈ, ਲੇਕਿਨ ਤੁਸੀਂ ਇਹ ਜਿਹੜਾ ਫਾਰਮ ਭਰ ਕੇ ਵਾਪਸ ਭੇਜਣਾ ਹੈ। ਸੋ ਇੱਥੇ ਅਸੀਂ ਇਹੀ ਕਹਾਂਗੇ ਕਿ ਕੈਨੇਡਾ ਇੱਕ ਮਲਟੀਕਲਚਰਲ ਬਹੁਤ ਸੱਭਿਅਕ ਮੁਲਕ ਹੈ। ਸੋ ਇੱਥੇ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਭਾਵੇਂ ਉਹ ਸਕੂਲ ਦੇ ਵਿੱਚ ਕਿਸੇ ਭਾਸ਼ਾ ਨੂੰ ਪੜ੍ਹਾਉਣ ਦੀਆਂ ਕਲਾਸਾਂ ਹੋਣ, ਭਾਵੇਂ ਹਸਪਤਾਲਾਂ 'ਚ ਤੁਸੀਂ ਜਾਂਦੇ ਹੋ, ਤੁਸੀਂ ਦੇਖਦੇ ਹੋ ਕਿ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ ਹੈ, ਤਾਂ ਜਾਂ ਉਸ ਭਾਸ਼ਾ ਨੂੰ ਕੋਈ ਵੀ ਜਿਹੜੀ ਸਹੂਲਤ ਆ ਉਹ ਤਾਂ ਹੀ ਮਿਲਦੀ ਹੈ ਤਾਂ ਉਹ ਦੇਖਿਆ ਜਾਂਦਾ ਹੈ ਕਿ ਕਿੰਨੀ ਕੁ ਗਿਣਤੀ ਦੇ ਵਿੱਚ ਇਹ ਭਾਸ਼ਾ ਨੂੰ ਲੋਕ ਇੱਥੇ ਬੋਲਦੇ ਹਨ। ਤੇ ਮੈਂ ਤਾਂ ਇਹੀ ਕਹੂੰਗਾ ਕਿ ਤੁਹਾਡੇ ਬੱਚੇ ਜਾਂ ਤੁਸੀਂ ਜਿਹੜੀ ਭਾਸ਼ਾ ਤੁਹਾਡੀ ਮਾਤਾ ਬੋਲਦੀ ਸੀ ਜਾਂ ਤੁਸੀਂ ਘਰ ਵਿੱਚ ਬੋਲਦੇ ਹੋ, ਤਾਂ ਜਦੋਂ ਤੁਸੀਂ ਇਹ ਫਾਰਮ ਭਰਨਾ ਹੈ ਤਾਂ ਆਪਣੀ ਜਿਹੜੀ ਮਦਰ ਟੰਗ ਹੈ ਉਹੀ ਲਿਖਵਾਓ। ਤੇ ਸਾਡੇ ਜਿਹੜੇ ਪੰਜਾਬੀ ਮੂਲ ਦੇ ਲੋਕ ਨੇ ਤਾਂ ਆਪਣੀ ਮਾਤ ਭਾਸ਼ਾ ਜਿਹੜੀ ਉਹ ਪੰਜਾਬੀ ਲਿਖਵਾਉਣ, ਤਾਂ ਕਿ ਜਿਹੜੀ ਪੰਜਾਬੀ ਦੀ ਜਿਹੜੀ ਤਰੱਕੀ ਹੈ ਜਾਂ ਪੰਜਾਬੀ ਨੂੰ ਮਿਲਣ ਵਾਲੀਆਂ ਸਹੂਲਤਾਂ ਨੇ ਉਹ ਸਾਨੂੰ ਮਿਲ ਸਕਣ। ਤੇ ਜੇ ਤੁਹਾਡੀ ਤੀਜੀ ਚੌਥੀ ਪੀੜ੍ਹੀ ਹੈ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਤੇ ਲੇਕਿਨ ਜਿਹੜੀਆਂ ਸਾਡੀਆਂ ਪਹਿਲੀਆਂ 1 2 3 ਪੀੜ੍ਹੀਆਂ ਹਨ ਤੇ ਉਹਨਾਂ ਦੀ ਜਿਹੜੀ ਮਾਤ ਭਾਸ਼ਾ ਹੈ ਉਹ ਤਾਂ ਪੰਜਾਬੀ ਹੀ ਹੈ। ਸੋ ਇਸੇ ਪ੍ਰਕਾਰ ਜਿਹੜੇ ਇਟਾਲੀਅਨ ਹਨ, ਸਪੈਨਿਸ਼ ਹਨ, ਫਰੈਂਚ ਹਨ, ਤੋ ਜਿਹੜੀ ਭਾਸ਼ਾ ਵੀ ਘਰ ਦੇ ਵਿੱਚ ਬੋਲਦੇ ਨੇ ਤੇ ਮਾਤ ਭਾਸ਼ਾ ਦੇ ਤੌਰ ਤੇ, ਮਦਰ ਟੰਗ ਦੇ ਤੌਰ ਤੇ ਉਹਨਾਂ ਨੂੰ ਉਹੀ ਲਿਖਵਾਉਣੀ ਚਾਹੀਦੀ ਹੈ। ਸੋ ਦੋਸਤੋ, ਤੁਸੀਂ ਖਬਰਾਂ ਦੇ ਵਿੱਚ ਸੁਣ ਹੀ ਲਿਆ ਹੋਵੇਗਾ ਕਿ ਬੰਗਾਲ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਤੋ ਉਸ ਦੇ ਵਿੱਚ ਜਿਹੜੀ ਮਮਤਾ ਬੈਨਰਜੀ ਆ ਉਹਦੀ ਪਾਰਟੀ ਜਿਹੜੀ ਹੈ ਤ੍ਰਿਣਮੂਲ ਕਾਂਗਰਸ, ਉਸ ਦੀ ਜਿੱਤ ਹੋਈ ਹੈ। ਸੋ ਇਸ ਦੇ ਵਿੱਚ ਕੁਝ ਲੋਕ ਹੱਕ ਦੇ ਵਿੱਚ ਤੇ ਕੁਝ ਵਿਰੋਧ ਦੇ ਵਿੱਚ ਆਪਦੇ ਬਿਆਨ ਜਾਂ ਸੋਸ਼ਲ ਮੀਡੀਆ ਤੇ ਗੱਲਾਂ ਕਰ ਰਹੇ ਨੇ ਤੇ ਕਰਦੇ ਰਹਿਣਗੇ। ਆਉਣ ਵਾਲੇ ਦਿਨਾਂ 'ਚ ਚਰਚਾ ਚੱਲਦੀ ਰਹੂਗੀ। ਤੇ ਯੂਪੀ ਦੇ ਵਿੱਚ ਵੀ ਚੋਣਾਂ ਹੋਈਆਂ ਸੀ ਤਾਂ ਉੱਥੇ ਵੀ ਜਿਹੜੀ ਚਰਚਾ ਹੈ ਉਹ ਚੱਲ ਰਹੀ ਹੈ ਕਿ ਯੋਗੀ ਸਰਕਾਰ ਨੂੰ ਹਾਰ ਹੋਈ ਹੈ। ਮੈਂ ਦੋਸਤੋ ਕਿਸੇ ਦੀ ਹਾਰ ਜਿੱਤ ਵਿੱਚ ਨਹੀਂ ਪੈਣਾ ਚਾਹੁੰਦਾ, ਤੇ ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਇਹਨਾਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਰਾਜਨੀਤਿਕ ਲੋਕਾਂ ਨੇ ਜਿਹੜਾ ਕਰੋਨਾ ਦਾ ਪ੍ਰਕੋਪ ਸੀ ਉਸ ਦਾ ਜਿਹੜਾ ਬਚਾਅ ਰੱਖਣ ਦਾ ਮੌਕਾ ਸੀ ਉਹਦੀਆਂ ਧੱਜੀਆਂ ਡਾਈਆਂ, ਸੋ ਬਹੁਤ ਹੀ ਸ਼ਰਮਨਾਕ ਹੈ। ਤੇ ਕਿਸ ਤਰ੍ਹਾਂ ਸਿਵੇ ਬਲ ਰਹੇ ਨੇ, ਕਿਸ ਤਰ੍ਹਾਂ ਕਰੋਨਾ ਫੈਲਿਆ, ਤੇ ਇਹਨਾਂ ਲੋਕਾਂ ਨੂੰ ਆਪਣੀ ਸੱਤਾ, ਆਪਣੀ ਕੁਰਸੀ ਪਿਆਰੀ ਹੈ ਤੇ ਆਪਣੀ ਕੁਰਸੀ ਲਈ ਇਹ ਕੁਝ ਵੀ ਕਰ ਸਕਦੇ ਨੇ। ਤੇ ਇਹਨਾਂ ਨੂੰ ਕੋਈ ਸਮੱਤ ਦੇਵੇ ਤੇ ਜਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਸੋਚਣਾ ਪਊਗਾ ਕਿ ਇਹ ਲੋਕ ਜੋ ਸਾਨੂੰ ਬਲਦੀ ਦੇ ਬੁੱਥੇ ਦੇ ਦਿੰਦੇ ਨੇ, ਇਹ ਲੋਕ ਜੋ ਸਾਡੀਆਂ ਜਾਨਾਂ ਦੀ ਪਰਵਾਹ ਨਹੀਂ ਕਰਦੇ, ਤੇ ਅਸੀਂ ਮੁੜ ਘਿੜ ਕੇ ਫਿਰ ਇਹਨਾਂ ਨੂੰ ਸੱਤਾ ਤੇ ਬਿਠਾ ਦਿੰਦੇ ਹਾਂ। ਤੇ ਜਦੋਂ ਇਹ ਤੁਹਾਡੇ ਘਰੇ ਵੋਟਾਂ ਮੰਗਣ ਆਉਣ, ਭਾਵੇਂ ਮੈਂ ਭਾਰਤ ਦੇ ਵਿੱਚ ਨਹੀਂ ਰਹਿੰਦਾ, ਲੇਕਿਨ ਇੱਕ ਮਨੁੱਖੀ ਹਮਦਰਦੀ ਦੇ ਤੌਰ ਤੇ, ਕਿਉਂਕਿ ਦੁਨੀਆ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ, ਤਾਂ ਪੂਰੀ ਦੁਨੀਆ ਇਸ ਗੱਲ ਲਈ ਫਿਕਰਮੰਦ ਹੈ ਕਿ ਭਾਰਤ ਦੇ ਰਾਜਨੀਤਿਕ ਲੋਕਾਂ ਨੇ ਅਜਿਹਾ ਕਿਉਂ ਕੀਤਾ। ਬਾਹਰ ਇੰਨੀਆਂ ਰੈਲੀਆਂ ਕਰਕੇ, ਤੋਂ ਇੰਨੇ ਮੇਲੇ, ਕੁੰਭ ਦੇ ਮੇਲੇ ਵਰਗੇ ਜਿਨ੍ਹਾਂ ਤੇ ਉਹਨਾਂ ਨੇ ਕੋਈ ਪਾਬੰਦੀ ਨਹੀਂ ਲਾਈ, ਔਰ ਇਸ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨ ਨੇ ਉਹ ਕੀਤੇ ਜਾ ਰਹੇ ਨੇ ਕਿ ਦੇਵਤੇ ਨਾਰਾਜ਼ ਨੇ ਤੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਕੋਈ ਇਸ ਤਰ੍ਹਾਂ ਦੇ ਜਲੂਸ ਕੱਢੋ ਜਾਂ ਇਸ ਤਰ੍ਹਾਂ ਦੇ ਤੁਸੀਂ ਕੋਈ ਪ੍ਰਦਰਸ਼ਨ ਕਰੋ ਤੇ ਸ਼ਾਇਦ ਉਹ ਖੁਸ਼ ਹੋ ਜਾਣ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਦੋਸਤੋ, ਇਹ ਇਨਸਾਨੀਅਤ ਵਿਰੋਧੀ ਨੇ ਤੇ ਸਾਨੂੰ ਇਹਨਾਂ ਦਾ ਨੋਟਿਸ ਲੈਣਾ ਪਵੇਗਾ। ਸੋ ਪਿਛਲੇ ਦਿਨੀ ਦੋਸਤੋ ਕੁਝ ਕੁ ਲੋਕ ਹੋਰ ਸਾਡੇ ਤੋਂ ਵਿਛੜੇ ਨੇ, ਤੇ ਜਿਨ੍ਹਾਂ ਦਾ ਮੈਂ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਕਰ ਕਰਨਾ ਚਾਹੂੰਗਾ। ਫਿਲਮ ਅਦਾਕਾਰ ਸੁਖਜਿੰਦਰ ਸ਼ੇਰਾ, ਇਹਨਾਂ ਦੀ ਯੁਗੰਡਾ ਦੇ ਵਿੱਚ ਮੌਤ ਹੋ ਗਈ ਤੇ ਇਹਨਾਂ ਨੇ ਕਾਫੀ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ। ਇਸੇ ਤਰ੍ਹਾਂ ਇੱਕ ਐਕਟਰੈਸ ਸੀ ਸ਼੍ਰੀ ਪ੍ਰਦਾ, ਉਹਨਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਕਾਫੀ ਕੰਮ ਕੀਤਾ, ਉਹ ਵੀ ਵਿਛੜ ਗਏ ਨੇ। ਸੋ ਸਾਡੇ ਸ਼ਾਇਰ ਸੁਲੱਖਣ ਮੀਤ ਅਤੇ ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ, ਇਹਨਾਂ ਦੇ ਜਾਣ ਦਾ ਵੀ ਬਹੁਤ ਅਫਸੋਸ ਹੋਇਆ ਹੈ ਤੇ ਇਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ। ਸੋ ਦੋਸਤੋ, ਤੁਸੀਂ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ, ਬਹੁਤ ਸਾਰੇ ਸੰਦੇਸ਼ ਇਸ ਪ੍ਰੋਗਰਾਮ ਦੇ ਵਿੱਚ ਭੇਜਦੇ ਹੋ, ਤੇ ਮੈਂ ਉਹਨਾਂ ਸਾਰੇ ਦੋਸਤਾਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ, ਲਿਖਤੀ ਸੁਨੇਹੇ ਭੇਜੇ ਤੇ ਸਾਡੀ ਹੌਸਲਾ ਅਫਜ਼ਾਈ ਕੀਤੀ, ਪ੍ਰੋਗਰਾਮ ਨੂੰ ਸਬਸਕ੍ਰਾਈਬ ਕੀਤਾ। ਸੋ ਡਾਕਟਰ ਪਰਮਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਤੇ ਉਹਨਾਂ ਨੇ ਸਾਨੂੰ ਸੰਪਰਕ ਕੀਤਾ, ਫੋਨ ਕੀਤਾ ਅਤੇ ਪ੍ਰੋਗਰਾਮ ਦੀ ਵਧਾਈ ਦਿੱਤੀ। ਇਸੇ ਪ੍ਰਕਾਰ ਸਾਡੇ ਬਹੁਤ ਹੀ ਨਾਮਵਰ ਸ਼ਖਸੀਅਤ ਰਾਣੀ ਧਾਲੀਵਾਲ ਜੀ ਸਾਡੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਰਹਿੰਦੇ ਨੇ, ਤੋ ਉਹ ਵੀ ਅਕਸਰ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਉਹਨਾਂ ਨੇ ਵੀ ਸੰਦੇਸ਼ ਭੇਜਿਆ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮਨਿੰਦਰ ਸਿੰਘ ਮੰਗਟ ਕੈਲਗਰੀ ਤੋਂ, ਉਹਨਾਂ ਨੇ ਸਾਨੂੰ ਸੁਜੈਸ਼ਨ ਭੇਜੇ, ਪ੍ਰੋਗਰਾਮ ਨੂੰ ਪਸੰਦ ਕੀਤਾ
ਤੇ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਦੇ ਨੇ। ਤੇ ਮਾਂਗਟ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ। ਹਰਜੀਤ ਸਿੰਘ ਦਿਓਲ ਜੀ ਹਮੇਸ਼ਾ ਦੀ ਤਰ੍ਹਾਂ ਸਾਨੂੰ ਉਹ ਵੀ ਇਸ ਵਾਰ ਹੌਸਲਾ ਅਫਜ਼ਾਈ ਭੇਜਦੇ ਨੇ। ਹਿੰਮਤ ਸਿੰਘ ਕੈਲੀਫੋਰਨੀਆ, ਬਲਜੀਤ ਕੌਰ ਦਿੱਲੀ, ਸੁਖਦੇਵ ਸਿੰਘ ਸਮਰਾ ਅਤੇ ਹਰਜੀਤ ਕੌਰ ਭੰਗੂ। ਸੋ ਇਹਨਾਂ ਸਾਰੇ ਲੋਕਾਂ ਨੇ ਸਾਨੂੰ, ਇਹਨਾਂ ਸਾਰੇ ਦਰਸ਼ਕਾਂ ਨੇ ਸਾਨੂੰ ਬਹੁਤ ਹੀ ਪਿਆਰ ਮੁਹੱਬਤ ਜਿਹੜਾ ਭੇਜਿਆ, ਹੌਸਲਾ ਅਫਜ਼ਾਈ ਦਿੱਤੀ ਹੈ। ਸੋ ਦੋਸਤੋ, ਜਾਂਦੇ ਜਾਂਦੇ ਆਪਾਂ ਕਿਸਾਨ ਅੰਦੋਲਨ ਦੀ ਵੀ ਗੱਲ ਕਰ ਲਈਏ। ਭਾਵੇਂ ਭਾਰਤ ਦੇ ਵਿੱਚ ਹਾਲਾਤ ਬਹੁਤ ਖਰਾਬ ਨੇ, ਲੇਕਿਨ ਜਿਹੜੇ ਕਿਸਾਨ ਨੇ ਉਹ ਦਿੱਲੀ ਦੇ ਬਾਹਰ ਜਿਹੜੇ ਬਾਰਡਰ ਨੇ ਉਹਨਾਂ ਤੇ ਡਟੇ ਹੋਏ ਨੇ। ਸੋ ਇਹ ਵੀ ਪਤਾ ਲੱਗਿਆ ਹੈ ਕਿ ਉਹ ਕਦੇ ਵੀ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਨੇ ਕਿ ਦਿੱਲੀ ਵੱਲ ਨੂੰ ਕੂਚ ਕਰਨ, ਤੇ ਉਹਦੇ ਲਈ ਉਹਨਾਂ ਨੇ ਸੱਦਾ ਵੀ ਦਿੱਤਾ ਹੋਇਆ। ਤੇ ਜਿਹੜੀ ਸਰਕਾਰ ਹੈ ਉਹ ਕੋਵਿਡ ਦਾ ਬਹਾਨਾ ਲਾ ਕੇ ਤੋਂ ਇਸ ਮੋਰਚੇ ਨੂੰ ਖਦੇੜ ਵੀ ਸਕਦੀ ਹੈ, ਸਖਤੀ ਵੀ ਕਰ ਸਕਦੀ ਹੈ, ਲੇਕਿਨ ਰਾਜਨੀਤਿਕ ਲੋਕ ਆਪਦੀਆਂ ਰੈਲੀਆਂ, ਆਪਦੇ ਇਕੱਠ ਤਾਂ ਭਾਵੇਂ ਨਾ ਦੇਖਣ, ਲੇਕਿਨ ਇਸ ਤਰ੍ਹਾਂ ਦੇ ਜਿਹੜੇ ਬਹਾਨੇ ਨੇ ਉਹ ਜ਼ਰੂਰ ਬਣਾ ਸਕਦੇ ਨੇ। ਸੋ ਕਿਸਾਨ ਨੇ ਜਿਹੜੇ ਉਹ ਡਟੇ ਹੋਏ ਨੇ। ਅਜੇ ਤੱਕ ਭਾਰਤ ਸਰਕਾਰ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਤਾਂ ਇਸ ਗੱਲ ਤੇ ਵੀ ਹੈਰਾਨ ਹੈ ਕਿ ਜਦੋਂ ਲੋਕ ਮਰ ਰਹੇ ਨੇ ਤਾਂ ਬਹੁਤ ਸਾਰੇ ਜਿਹੜੇ ਰਾਜਨੀਤਿਕ ਲੀਡਰ ਨੇ, ਜ਼ਿੰਮੇਵਾਰ ਬੰਦੇ ਨੇ, ਉਹਨਾਂ ਦਾ ਕਦੇ ਵੀ ਕੋਈ ਮਤਲਬ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ। ਕਦੇ ਉਹ ਅੱਗੇ ਨਹੀਂ ਆਏ, ਕਦੇ ਉਹਨਾਂ ਨੇ ਜਾ ਕੇ ਹਾਲਾਤ ਨਹੀਂ ਦੇਖੇ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ, ਤੁਸੀਂ ਕਿਸੇ ਵੀ ਰੂਪ ਦੇ ਵਿੱਚ ਕੈਨੇਡਾ ਗੌਰਮੈਂਟ ਰਾਹੀਂ, ਰੈੱਡ ਕਰਾਸ ਰਾਹੀਂ ਜੇ ਕੋਈ ਉੱਥੇ ਜਿਹੜੇ ਲੋਕ ਨੇ ਉਹਨਾਂ ਦੀ ਮਦਦ ਕਰ ਸਕਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ। ਇਨਸਾਨੀਅਤ ਦੇ ਨਾਤੇ ਅਸੀਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ, ਭਾਵੇਂ ਕੋਈ ਧਰਮ ਹੈ, ਭਾਵੇਂ ਬੋਲੀ ਹੈ, ਅਸੀਂ ਇਨਸਾਨੀਅਤ ਦੀ ਮਦਦ ਕਰੀਏ। ਅਸੀਂ ਉਹ ਜਿਹੜੇ ਲੋਕ ਆਕਸੀਜਨ ਤੋਂ ਬਗੈਰ ਮਰ ਰਹੇ ਨੇ, ਇਲਾਜ ਤੋਂ ਬਗੈਰ ਮਰ ਰਹੇ ਨੇ, ਤੇ ਉਹਨਾਂ ਦੀ ਮਦਦ ਕਰੀਏ। ਔਰ ਗਾਹਾਂ ਤੋਂ ਸਿਆਣੇ ਹੋਈਏ, ਉਹਨਾਂ ਪਾਰਟੀਆਂ ਨੂੰ, ਉਹਨਾਂ ਰਾਜਨੀਤਿਕ ਲੋਕਾਂ ਨੂੰ ਹੀ ਅੱਗੇ ਲੈ ਕੇ ਆਈਏ ਜਿਹੜੇ ਉੱਥੋਂ ਦਾ ਇਨਫਰਾਸਟਰਕਚਰ ਹੈ ਜਿਹੜਾ ਉਹਨੂੰ ਵਧੀਆ ਬਣਾ ਸਕਣ। ਉੱਥੋਂ ਦਾ ਜਿਹੜਾ ਹੈਲਥ ਸਿਸਟਮ ਹੈ, ਉੱਥੋਂ ਦੀ ਜਿਹੜੀ ਐਜੂਕੇਸ਼ਨ ਹੈ, ਉੱਥੋਂ ਦਾ ਜਿਹੜਾ ਰੁਜ਼ਗਾਰ ਹੈ, ਉਸ ਨੂੰ ਅੱਗੇ ਲੈ ਕੇ ਜਾ ਸਕਣ। ਤੇ ਅਸੀਂ ਧਰਮਾਂ, ਬੋਲੀਆਂ, ਖਿੱਤਿਆਂ ਤੋਂ ਬਾਹਰ ਨਿਕਲ ਕੇ ਸਾਡੀ ਜਿਹੜੀ ਆਪਣੀ ਤਰੱਕੀ ਹੈ, ਸਾਡੇ ਬੱਚਿਆਂ ਦਾ ਫਿਊਚਰ ਹੈ, ਉਸ ਦੇ ਬਾਰੇ ਸੋਚਣਾ ਹੋਵੇਗਾ। ਸੋ ਦੋਸਤੋ, ਉਮੀਦ ਕਰਦਾ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਸਾਰਿਆਂ ਨੂੰ ਹੈਪੀ ਮਦਰਸ ਡੇ ਕਹਿਣਾ ਹਾਂ। ਤੇ ਦੁਨੀਆ ਭਰ ਦੀਆਂ ਜਿੰਨੀਆਂ ਵੀ ਮਾਵਾਂ ਨੇ, ਮਾਂ ਹੋਣਾ ਇੱਕ ਬਹੁਤ ਵੱਡਾ ਮਾਣ ਹੈ। ਮਾਂ ਬੱਚੇ ਨੂੰ ਕਿਸ ਤਰ੍ਹਾਂ ਪਾਲਦੀ ਹੈ, ਇੱਥੇ ਤੱਕ ਪੜ੍ਹਾਉਂਦੀ ਹੈ। ਅਸੀਂ ਜੋ ਵੀ ਹਾਂ ਸਾਰੇ ਉਹ ਆਪਣੀਆਂ ਮਾਵਾਂ ਕਰਕੇ ਹੀ ਹਾਂ। ਸੋ ਮੇਰਾ ਸਾਰੀਆਂ ਮਾਵਾਂ ਅੱਗੇ ਸਿਰ ਝੁਕਦਾ ਹੈ ਤੇ ਸਾਰੀਆਂ ਮਾਵਾਂ ਨੂੰ ਇੱਕ ਵਾਰੀ ਫੇਰ ਹੈਪੀ ਮਦਰਸ ਡੇ, ਮਾਂ ਦਿਵਸ ਮੁਬਾਰਕ ਹੋਵੇ। ਤੇ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ।